ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਿਗੁਰ ਸੱਚਾ ਪਾਤਸ਼ਾਹੋ, ਸਾਧ ਸੰਗਤ ਸਚ ਤਖਤ ਸੁਹੇਲਾ। ਸੱਚ ਸ਼ਬਦ ਟਕਸਾਲ ਸੱਚ, ਅਸ਼ਟ ਧਾਤ ਇਕ ਪਾਰ ਸੁਮੇਲਾ। ਸੱਚਾ ਅਬਚਲ ਰਾਜ ਹੈ, ਸੱਚ ਮਹਿਲ ਨਵਹਾਣ ਨਵੇਲਾ। ਸੱਚਾ ਹੁਕਮ ਵਰਤਦਾ, ਸੱਚਾ ਅਮਰ ਸੱਚੋ ਰਸ ਕੇਲਾ। ਸੱਚੀ ਸਿਫਤ ਸਲਾਹ ਸੱਚ, ਸੱਚ ਸਲਾਹਣ ਅੰਮ੍ਰਿਤ ਵੇਲਾ। ਸੱਚਾ ਗੁਰਮੁਖ ਪੰਥ ਹੈ, ਸੱਚ ਉਪਦੇਸ ਨਾ ਗਰਭ ਗਹੇਲਾ। ਆਸਾ ਵਿੱਚ ਨਿਰਾਸ ਗਤ, ਸੱਚਾ ਖੇਲ ਮੇਲ ਸੱਚ ਖੇਲਾ। ਗੁਰਮੁਖ ਸਿੱਖ ਗੁਰੂ ਗੁਰ ਚੇਲਾ, ਗੁਰਮੁਖ ਸਿੱਖ ਗੁਰੂ ਗੁਰ ਚੇਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰਯੋਗ ਜੁਗੋ ਜੁਗ ਅਟਲ ਚਬਰ ਛਤਰ ਤਖਤ ਦੇ ਮਾਲਕ, ਦਸਾਂ ਪਾਤਸ਼ਾਹੀਆਂ ਦੀ ਜੋਤ, ਗੁਰਗੱਦੀ ਤੇ ਬਿਰਾਜਮਾਨ ਸ਼ਬਦ ਗੁਰੂ, ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਵਿੱਤਰ ਹਜ਼ੂਰੀ ਦੇ ਅੰਦਰ ਹਾਜ਼ਰੀਆਂ ਭਰ ਰਹੀ ਗੁਰੂ ਰੂਪ ਸਾਧ ਸੰਗਤ ਜੀ, ਆਓ ਚਿੱਤ ਬਿਰਤੀਆਂ ਨੂੰ ਇਕਾਗਰ ਕਰਦਿਆਂ ਹੋਇਆਂ ਭਾਈ ਗੁਰਦਾਸ ਜੀ ਦੀਆਂ ਵਾਰਾਂ ਦੀ ਚੱਲ ਰਹੀ ਲੜੀਵਾਰ ਵਿਚਾਰ ਸਰਵਣ ਕਰੀਏ। 18ਵੀਂ ਵਾਰ ਦੀ 20ਵੀਂ ਪੌੜੀ ਦਾ ਪਾਠ ਆਪ ਜੀ ਨੇ ਸਰਵਣ ਕੀਤਾ ਹੈ। ਇਸ ਪੌੜੀ ਦੇ ਅੰਦਰ ਭਾਈ ਗੁਰਦਾਸ ਸਾਹਿਬ ਜੀ ਦੱਸਦੇ ਹੈ, ਸਤਿਗੁਰੂ ਦਾ ਤਖਤ ਸੱਚਾ ਹੈ, ਸਤਿਗੁਰੂ ਸੱਚਾ ਪਾਤਸ਼ਾਹ ਹੈ, ਸਤਿਗੁਰੂ ਦਾ ਰਾਜ ਸਦੀਵੀ ਹੈ। ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਜਦ ਆਪਾਂ ਅੰਮ੍ਰਿਤ ਬਾਣੀ ਪੜ੍ਹਦੇ ਹਾਂ, ਅੰਮ੍ਰਿਤ ਬਾਣੀ ਪੜ੍ਹਦੇ ਹਾਂ, ਇਹ ਸੋਝੀ ਮਿਲਦੀ ਹੈ। ਦੁਨੀਆਂ ਦੇ ਜਿੰਨੇ ਰਾਜੇ ਮਹਾਰਾਜੇ ਹੋਏ, ਲੋਕ ਉਹਨਾਂ ਨੂੰ ਪਾਤਸ਼ਾਹ ਕਹਿੰਦੇ ਹੈ, ਪਰ ਉਹ ਸਮੇਂ ਦੇ ਨਾਲ ਮਰ ਮੁੱਕ ਜਾਂਦੇ ਹੈ, ਨਾਮੋ ਨਿਸ਼ਾਨ ਉਹਨਾਂ ਦਾ ਮਿਟ ਜਾਂਦਾ ਹੈ। ਉਹਨਾਂ ਦੇ ਮਹਿਲਾਂ ਅੱਗੇ ਕੋਈ ਨਗਾਰੇ ਵਜਾਉਣ ਵਾਲਾ ਵੀ ਨਹੀਂ ਰਹਿੰਦਾ। ਪਾਸ ਦਮਾਮੇ ਛੱਤ ਸਿਰ ਭੇਰੀ ਛੱਡੋ ਰੱਡ, ਜਾਏ ਸੁਤੇ ਜੀਰਾਣ ਮਹਿ ਥੀਏ ਅਤੀਮਾ ਗੱਡ। ਇਹ ਹਾਲ ਉਹਨਾਂ ਦਾ ਹੋ ਜਾਂਦਾ ਹੈ। ਲੋਕ ਉਹਨਾਂ ਨੂੰ ਪਾਤਸ਼ਾਹ ਕਹਿੰਦੇ ਹੈ। ਸੰਸਾਰਕ ਰਾਜ, ਸੰਸਾਰਕ ਤਖਤ ਦੇ ਮਾਲਕ ਹੁੰਦੇ, ਪਰ ਸਤਿਗੁਰੂ ਸੱਚਾ ਪਾਤਸ਼ਾਹ ਹੈ। ਸਤਿਗੁਰੂ ਦਾ ਰਾਜ ਸਦਾ ਕਾਇਮ ਹੈ, ਅਬਚਲ ਰਾਜ ਹੈ, ਅਵਿਨਾਸ਼ੀ, ਜਿਹੜਾ ਕਦੇ ਵੀ ਨਾਸ਼ ਨਹੀਂ ਹੋਣ ਵਾਲਾ।
ਤੇ ਸਤਿਗੁਰੂ ਦਾ ਹੁਕਮ ਸਾਰਿਆਂ 'ਤੇ ਚੱਲਦਾ ਹੈ। ਐਸਾ ਕਾਨੂੰਨ ਹੈ ਜਿੱਥੇ ਕੋਈ ਬਖਸ਼ਿਆ ਨਹੀਂ ਜਾਂਦਾ। ਸਿੱਖ ਸਤਿਗੁਰੂ ਨੂੰ ਸੱਚਾ ਪਾਤਸ਼ਾਹ ਕਹਿੰਦੇ ਹੈ। ਦੁਨੀਆ ਦੇ ਪਾਤਸ਼ਾਹ ਝੂਠੇ ਹਨ, ਕੂੜਾਵੇ ਹਨ, ਝੂਠ ਪਦਾਰਥਾਂ ਦਾ ਵਣਜ ਕਰਦੇ ਹੈ। ਸਤਿਗੁਰੂ ਸੱਚਾ ਪਾਤਸ਼ਾਹ ਹੈ, ਸੱਚੇ ਨਾਮ ਦਾ ਵਪਾਰ ਕਰਦਾ ਹੈ। ਆਓ ਭਾਈ ਗੁਰਦਾਸ ਜੀ 20ਵੀਂ ਪੌੜੀ ਵਿੱਚ ਅੰਮ੍ਰਿਤ ਬਚਨ ਬਖਸ਼ਿਸ਼ ਕਰਦੇ ਨੇ। ਵਾਹਿਗੁਰੂ ਸਾਹਿਬ ਜੀ। ਸਤਿਗੁਰ ਸੱਚਾ ਪਾਤਸ਼ਾਹ, ਸਾਧ ਸੰਗਤ ਸੱਚ ਤਖਤ ਸੁਹੇਲਾ। ਭਾਈ ਗੁਰਦਾਸ ਜੀ ਫਰਮਾਉਂਦੇ ਨੇ, ਸਤਿਗੁਰੂ ਸੱਚਾ ਪਾਤਸ਼ਾਹ ਹੈ ਅਤੇ ਸਾਧ ਸੰਗਤ ਰੂਪੀ ਸੱਚਾ ਜੋ ਤਖਤ ਹੈ, ਸਿੰਘਾਸਨ ਹੈ, ਇਹ ਸਾਰਿਆਂ ਨੂੰ ਸੁਹੇਲਾ ਸੁਖ ਦੇਣ ਵਾਲਾ ਹੈ। ਸਤਿਗੁਰ ਮੇਰਾ ਸਦਾ ਸਦਾ ਨਾ ਆਵੇ ਨਾ ਜਾਏ, ਉਹ ਅਬਿਨਾਸੀ ਪੁਰਖ ਹੈ, ਸਭ ਮਹਿ ਰਹਿਆ ਸਮਾਏ। ਨਾ ਗੁਰੂ ਆਉਂਦਾ ਹੈ ਨਾ ਜਾਂਦਾ ਹੈ, ਪਹਿਲਾਂ ਵਾਂਗ ਹੀ ਗੁਰੂ ਦੀ ਜੋਤ ਪ੍ਰਕਾਸ਼ ਰਹੀ ਹੈ। ਅਬਿਨਾਸ਼ੀ ਪੁਰਖ ਹੈ। ਅਬਿਨਾਸ਼ੀ ਪੁਰਖ ਪਰਮਾਤਮਾ ਦਾ ਸਵਰੂਪ ਹੈ ਗੁਰੂ। ਸਤਿਗੁਰੂ ਜੀ ਸੱਚੇ ਪਾਤਸ਼ਾਹ ਹਨ। ਸਾਧ ਸੰਗਤ ਰੂਪੀ ਇਹ ਸਤਿਗੁਰੂ ਦਾ ਸੱਚਾ ਤਖਤ ਹੈ ਅਤੇ ਇਹ ਸਾਧ ਸੰਗਤ ਰੂਪੀ ਤਖਤ ਐਸਾ ਹੈ ਜਿਹੜਾ ਸੁਹੇਲਾ ਸੁਖਦਾਈ ਹੈ, ਸੁੱਖਾਂ ਨੂੰ ਦੇਣ ਵਾਲਾ। ਕੋਈ ਵੀ ਇੱਥੇ ਆ ਜਾਵੇ ਸਾਧ ਸੰਗਤ ਵਿੱਚ, ਹਰੇਕ ਨੂੰ ਮਨ ਦਾ ਸੁੱਖ ਮਿਲਦਾ ਹੈ। ਪਰ ਦੁਨੀਆ ਦੇ ਤਖਤਾਂ ਵੱਲ ਜਦੋਂ ਆਪਾਂ ਵੇਖਦੇ ਹਾਂ ਨਾ, ਦੁਨੀਆ ਦੇ ਤਖਤ ਜਿਹੜੇ ਨੇ ਉਹ ਲੋਕਾਂ 'ਤੇ ਜ਼ੁਲਮ ਕਰਨ ਵਾਲੇ ਬਣ ਗਏ। ਜਿਹੜਾ ਤਖਤ 'ਤੇ ਬਹਿੰਦਾ ਹੈ, ਰਾਜਾ ਮਹਾਰਾਜਾ ਬਣਦਾ ਹੈ, ਉਹ ਲੋਕਾਂ 'ਤੇ ਜ਼ੁਲਮ ਕਰਨ ਲੱਗ ਪੈਂਦਾ। ਦਿੱਲੀ ਤਖਤ ਦੇ ਉੱਤੇ ਪਤਾ ਨਹੀਂ ਕਿੰਨੇ ਕੁ ਰਾਜੇ ਆਏ ਬੈਠੇ, ਜ਼ੁਲਮ ਕੀਤਾ, ਸਮੇਂ ਨਾਲ ਮਰ ਮੁੱਕ ਗਏ। ਭਾਈ ਗੁਰਦਾਸ ਜੀ ਕਹਿੰਦੇ ਇਹ ਸਾਧ ਸੰਗਤ ਰੂਪੀ ਐਸਾ ਤਖਤ ਹੈ ਜਿੱਥੇ ਲੋਕਾਂ ਨੂੰ ਸਾਰਿਆਂ ਨੂੰ ਸੁੱਖ ਹੀ ਸੁੱਖ ਮਿਲਦਾ ਹੈ। ਮਹਾਰਾਜ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਨੇ ਤਖਤ ਰਚਿਆ, ਅਕਾਲ ਤਖਤ। ਸਤਿਗੁਰੂ ਆਪ ਤਖਤ 'ਤੇ ਬੈਠਦੇ ਸੁਸ਼ੋਭਿਤ ਹੁੰਦੇ, ਨਿਆਂ ਕਰਦੇ ਸਨ। ਲੋੜ ਤਾਂ ਪਈ ਕਿਉਂਕਿ ਦੁਨਿਆਵੀ ਤਖਤ ਉਹ ਅਨਿਆਂ ਕਰਦੇ ਸੀ। ਸਤਿਗੁਰੂ ਸਦਾ ਹੀ ਕਾਇਮ ਹਨ ਔਰ ਇਹ ਸਾਧ ਸੰਗਤ ਜਿਹੜਾ ਹੈ ਇਹ ਗੁਰੂ ਦਾ ਤਖਤ ਹੈ, ਸੱਚਾ ਤਖਤ ਹੈ। ਇਹ ਸੁਖਦਾਈ ਹੈ, ਸਾਰਿਆਂ ਨੂੰ ਸੁੱਖ ਦਿੰਦਾ ਹੈ। ਬਾਕੀ ਜਿਹੜੇ ਤਖਤ ਨੇ ਦੁਨੀਆ ਦੇ, ਉਹਨਾਂ ਤਖਤਾਂ ਦੇ ਵਿੱਚ ਮਾਇਕ ਕਾਰ ਵਿਹਾਰ ਹੈ ਅਤੇ ਇੱਥੇ ਆਤਮਾ ਦਾ ਸਦਾ ਆਨੰਦ ਹੈ ਇਸ ਤਖਤ 'ਤੇ। ਸੱਚਾ ਸ਼ਬਦ ਟਕਸਾਲ ਸੱਚ, ਸ਼ਬਦ ਟਕਸਾਲ ਸੱਚ, ਅਸ਼ਟ ਧਾਤ ਇੱਕ ਪਾਰਸ ਮੇਲਾ। ਸਤਿਗੁਰੂ ਦਾ ਸੱਚਾ ਸ਼ਬਦ ਇਹ ਸੱਚੀ ਟਕਸਾਲ ਹੈ। ਟਕਸਾਲ ਉਸ ਨੂੰ ਕਹਿੰਦੇ ਹੈ ਜਿੱਥੇ ਸਿੱਕੇ ਘੜੇ ਜਾਂਦੇ ਹੈ। ਭਾਈ ਗੁਰਦਾਸ ਜੀ ਕਹਿੰਦੇ ਸਤਿਗੁਰੂ ਦਾ ਸੱਚਾ ਸ਼ਬਦ ਇਹ ਸੱਚੀ ਟਕਸਾਲ ਹੈ। ਅਸ਼ਟ ਧਾਤ ਇੱਕ ਪਾਰਸ ਮੇਲਾ, ਅਤੇ ਇਹ ਜਿਹੜੀ ਟਕਸਾਲ ਹੈ ਇਹ ਪਾਰਸ ਰੂਪ ਹੈ। ਅੱਠਾਂ ਧਾਤਾਂ ਨੂੰ ਇੱਕ ਕਰ ਦਿੰਦੀ ਹੈ ਮੇਲ ਕੇ। ਚਾਰ ਵਰਣ ਅਤੇ ਚਾਰ ਆਸ਼ਰਮ, ਇਹ ਨੇ ਅਸ਼ਟ ਧਾਤ। ਇਹਨਾਂ ਨੂੰ ਮੇਲ ਕੇ ਇੱਕ ਕਰ ਦਿੰਦੀ ਹੈ, ਇੱਕ ਗੁਰਮੁਖ ਬਣਾ ਦਿੰਦੀ ਹੈ, ਗੁਰੂ ਦਾ ਸਿੱਖ ਬਣਾ ਦਿੰਦੀ ਹੈ। ਇਹ ਟਕਸਾਲ ਐਸੀ ਹੈ। ਇੱਥੇ ਇਸ ਟਕਸਾਲ ਦੇ ਵਿੱਚ ਗੁਰੂ ਦੇ
ਸੱਚੇ ਸ਼ਬਦ ਦੀ ਸੱਚੀ ਟਕਸਾਲ ਦੇ ਵਿੱਚ ਮਨੁੱਖ ਦਾ ਜੀਵਨ ਘੜਿਆ ਜਾਂਦਾ ਹੈ। ਇੱਥੇ ਜੀਵਨ ਤਰਾਸ਼ਿਆ ਜਾਂਦਾ ਹੈ। ਸਤਿਗੁਰੂ ਦੀ ਸੰਗਤ ਵਿੱਚ ਅਸੀਂ ਤਾਂ ਹੀ ਆਉਂਦੇ ਹਾਂ, ਗੁਰੂ ਦੀ ਸੰਗਤ ਕਰਦੇ ਹਾਂ, ਇਸ ਟਕਸਾਲ ਦੇ ਵਿੱਚ ਜੀਵਨ ਘੜਿਆ ਜਾਵੇ। ਅਤੇ ਟਕਸਾਲ ਦੇ ਵਿੱਚ ਜਿਹੜੇ ਸਿੱਕੇ ਘੜੇ ਜਾਂਦੇ ਨੇ ਉਹਨਾਂ 'ਤੇ ਮੋਹਰ ਲੱਗ ਜਾਂਦੀ, ਉਹ ਫਿਰ ਖਜ਼ਾਨੇ 'ਚ ਪ੍ਰਵਾਨ ਹੋ ਜਾਂਦੇ ਹੈ। ਅਤੇ ਜਦੋਂ ਇੱਥੇ ਗੁਰੂ ਦੀ ਸੱਚੀ ਟਕਸਾਲ ਦੇ ਵਿੱਚ ਸੱਚੇ ਸ਼ਬਦ ਦੇ ਨਾਲ ਜਦੋਂ ਜੀਵਨ ਘੜਿਆ ਜਾਂਦਾ ਹੈ, ਫਿਰ ਗੁਰੂ ਆਪਣੀ ਮੋਹਰ ਲਾ ਦਿੰਦਾ ਹੈ, ਇਹ ਮੇਰਾ ਸਿੱਖ ਹੈ, ਅਤੇ ਮਾਲਕ ਦੇ ਦਰ ਦੇ ਉੱਤੇ ਉਹ ਖਜ਼ਾਨੇ ਵਿੱਚ ਪ੍ਰਵਾਨ ਹੋ ਜਾਂਦਾ ਹੈ। ਧਰਮ ਰਾਏ ਦਰ ਕਾਗਦ ਫਾਰੇ, ਜਨ ਨਾਨਕ ਲੇਖਾ ਸਮਝਾ। ਸੋ ਇਹ ਗੁਰੂ ਦੀ ਐਸੀ ਸੱਚੀ ਟਕਸਾਲ ਹੈ ਜਿੱਥੇ ਅਸ਼ਟ ਧਾਤ ਦਾ ਮਤਲਬ 4 ਵਰਣ ਅਤੇ 4 ਆਸ਼ਰਮ ਇਹ ਇੱਕ ਹੋ ਜਾਂਦੇ ਹੈ। ਇਹ ਟਕਸਾਲ ਪਾਰ ਸਰੂਪ ਹੈ। ਸੱਚਾ ਅਬਚਲ ਰਾਜ ਹੈ, ਸੱਚ ਮਹਿਲ ਨਵਹਾਣ ਨਵੇਲਾ। ਭਾਈ ਗੁਰਦਾਸ ਜੀ ਫਰਮਾਉਂਦੇ ਆ, ਸਤਿਗੁਰੂ ਦਾ ਰਾਜ ਸਦਾ ਹੀ ਅਟਲ ਹੈ। ਸੱਚ ਮਹਿਲ ਨਵਹਾਣ ਨਵੇਲਾ, ਅਤੇ ਨਵੇਂ ਰੰਗ ਵਾਲਾ ਨਵਾਂ ਸੁੰਦਰ ਸਰੂਪ ਰੂਪੀ ਮਹਿਲ ਹੈ। ਗੁਰੂ ਦਾ ਰਾਜ ਸਦਾ ਕਾਇਮ ਹੈ ਔਰ ਸਤਿਗੁਰੂ ਦਾ ਨਵਾਂ ਮਹਿਲ ਭਾਵ ਨਵਾਂ ਸਵਰੂਪ ਨਵੇਂ ਰੰਗ ਵਾਲਾ ਹੈ। ਸਦੀਵ ਸਿੱਖ ਦੇ ਮਨ ਦੇ ਵਿੱਚ ਚਾਉ ਪ੍ਰੇਮ ਪੈਦਾ ਕਰਦਾ ਹੈ ਅਤੇ ਸਦਾ ਤੱਕ ਇਹ ਸਰੂਪ ਮਹਿਲ ਨਵੇਂ ਰੰਗ ਵਾਲਾ ਇਹ ਸਦਾ ਹੀ ਰਹਿਣ ਵਾਲਾ ਹੈ। ਸੱਚਾ ਹੁਕਮ ਵਰਤਦਾ, ਸੱਚਾ ਅਮਰ ਸੱਚੋ ਰਸ ਕੇਲਾ। ਸਤਿਗੁਰੂ ਦਾ ਸੱਚਾ ਹੁਕਮ ਵਰਤਦਾ ਹੈ। ਸੱਚਾ ਅਮਰ, ਗੁਰੂ ਦਾ ਕਾਨੂੰਨ ਜਿਹੜਾ ਉਹ ਸੱਚਾ ਹੈ, ਇਹ ਬਦਲਣ ਵਾਲਾ ਨਹੀਂ ਔਰ ਸਾਰਿਆਂ ਨੂੰ ਇਹਦੇ ਵਿੱਚ ਚੱਲਣਾ ਪੈਂਦਾ ਹੈ। ਜਿਹੜਾ ਵੀ ਗੁਰੂ ਕਾ ਸਿੱਖ ਹੈ ਉਹਨੂੰ ਗੁਰੂ ਦੀ ਦੱਸੀ ਮਰਿਆਦਾ ਮੁਤਾਬਕ ਜੀਵਨ ਜਿਉਣਾ ਪੈਂਦਾ ਹੈ। ਉਹ ਮਹਾਰਾਜ ਦੀ ਮਰਿਆਦਾ ਤੋਂ ਬਾਹਰ ਨਹੀਂ ਜਾਂਦਾ। ਅਥਵਾ ਸੱਚਾ ਹੁਕਮ ਵਰਤਦਾ, ਸਤਿਗੁਰੂ ਦਾ ਸੱਚਾ ਹੁਕਮ ਵਰਤਦਾ ਹੈ। ਪਰਮਾਤਮਾ ਦਾ ਸੱਚਾ ਹੁਕਮ ਹੈ, ਸੱਚੋ ਰਸ ਕੇਲਾ। ਅਤੇ ਇਹੀ ਸੱਚਾ ਸਦੀਵੀ ਰਹਿਣ ਵਾਲਾ ਪ੍ਰੇਮ ਆਨੰਦ ਹੈ ਜੋ ਉਹਦੇ ਹੁਕਮ ਨੂੰ ਮੰਨਣਾ, ਉਹਦੇ ਹੁਕਮ ਵਿੱਚ ਰਹਿਣਾ, ਉਹਦੇ ਹੁਕਮ ਦੇ ਅੱਗੇ ਸੀਸ ਝੁਕਾਉਣਾ, ਉਹਦੇ ਵਿੱਚ ਆਨੰਦ ਹੈ, ਰਸ ਹੈ। ਸੱਚੀ ਸਿਫਤ ਸਲਾਹ ਸੱਚ, ਸੱਚ ਸਲਾਹਣ ਅੰਮ੍ਰਿਤ ਵੇਲਾ। ਸਤਿਗੁਰੂ ਦਾ ਐਸਾ ਅਬਚਲ ਰਾਜ ਹੈ, ਐਸਾ ਸੁਹੇਲਾ ਸਾਧ ਸੰਗਤ ਰੂਪੀ ਤਖਤ ਹੈ ਜਿੱਥੇ ਸੱਚੇ ਦੀ ਸੱਚੀ ਸਿਫਤ ਸਲਾਹ ਹੁੰਦੀ ਹੈ। ਸੱਚੇ ਪ੍ਰਭੂ ਦੀਆਂ ਸੱਚੀਆਂ ਸਿਫਤਾਂ ਗਾਈਆਂ ਜਾਂਦੀਆਂ ਨੇ। ਸੱਚ ਸਲਾਹਣ ਅੰਮ੍ਰਿਤ ਵੇਲਾ, ਅਤੇ ਅੰਮ੍ਰਿਤ ਵੇਲੇ ਸੱਚੇ ਨੂੰ ਸਲਾਹਿਆ ਜਾਂਦਾ ਹੈ। ਵਾਹਿਗੁਰੂ ਦੀਆਂ ਵਡਿਆਈਆਂ ਕੀਤੀਆਂ ਜਾਂਦੀਆਂ ਨੇ। ਸਾਧ ਸੰਗਤ ਰੂਪੀ ਸੱਚਾ ਤਖਤ ਜਿੱਥੇ ਸੱਚੇ ਦੀਆਂ ਸਿਫਤਾਂ ਹੁੰਦੀਆਂ ਨੇ, ਅਤੇ ਗੁਰੂ ਇਸ ਤਖਤ ਦੇ ਉੱਤੇ ਬੈਠ ਕੇ ਸਿੱਖਾਂ ਨੂੰ ਵਾਹਿਗੁਰੂ ਜੀ ਦੀਆਂ ਸਿਫਤਾਂ ਕਰਨ ਦਾ ਉਪਦੇਸ਼ ਦਿੰਦੇ ਹੈ। ਸੱਚਾ ਗੁਰਮੁਖ ਪੰਥ ਹੈ, ਸੱਚ ਉਪਦੇਸ ਨਾ ਗਰਬ ਗਹੇਲਾ। ਭਾਈ ਗੁਰਦਾਸ ਜੀ ਕਹਿੰਦੇ ਇੱਥੇ ਗੁਰਮੁਖਤਾਈ ਵਾਲਾ ਸੱਚਾ ਪੰਥ ਰਸਤਾ ਹੈ। ਇਹ ਰਸਤਾ ਗੁਰਮੁਖਤਾਈ ਵਾਲਾ ਸੁਖਦਾਈ ਹੈ। ਜਿਹੜੇ ਇਸ ਰਾਹ 'ਤੇ ਚੱਲਦੇ ਹੈ ਉਹ ਸੌਖਿਆਂ ਮੰਜ਼ਿਲ 'ਤੇ ਪਹੁੰਚ ਜਾਂਦੇ ਹੈ। ਸੱਚ ਉਪਦੇਸ ਨਾ ਗਰਬ ਗਹੇਲਾ, ਇੱਥੇ ਸੱਚਾ ਉਪਦੇਸ਼ ਹੈ। ਅਤੇ ਦੁਨੀਆ ਦੇ ਜਿਹੜੇ ਪਾਤਸ਼ਾਹ ਨੇ ਉਹਨਾਂ ਵਾਂਗ ਇੱਥੇ ਨਾ ਗਰਬ ਗਹੇਲਾ,
ਹੰਕਾਰ ਦੇ ਵਿੱਚ ਨਹੀਂ ਗਰਸਿਆ ਜਾਂਦਾ। ਇੱਥੇ ਆਕੜ ਦੇ ਨਾਲ, ਹੰਕਾਰ ਦੇ ਨਾਲ ਗਰਸੇ ਹੋਏ ਨਹੀਂ ਹਨ। ਇੱਥੇ ਜਿਹੜੇ ਨਿਊ ਕੇ ਆਉਂਦੇ ਆ ਗੁਰੂ ਚਰਨਾਂ ਵਿੱਚ, ਉਹ ਲਾਭ ਪ੍ਰਾਪਤ ਕਰਦੇ ਹੈ। ਦੁਨੀਆ ਦੇ ਪਾਤਸ਼ਾਹ ਤਾਂ ਹੰਕਾਰ ਦੇ ਵਿੱਚ ਹਨ, ਪਰ ਇਹ ਸੱਚਾ ਪਾਤਸ਼ਾਹ ਸਤਿਗੁਰੂ ਦੇ ਹਿਰਦੇ ਦੇ ਵਿੱਚ ਕੋਈ ਹੰਕਾਰ ਨਹੀਂ ਹੈ। ਇੱਥੇ ਤਾਂ ਜਿਹੜੇ ਸਤਿਗੁਰੂ ਦੀ ਸ਼ਰਨ ਵਿੱਚ ਸਿੱਖ ਆਉਂਦੇ ਆ, ਉਹ ਵੀ ਨਿਮਰਤਾ ਦੇ ਗੁਣ ਨੂੰ ਧਾਰਨ ਕਰਦੇ ਹੈ। ਸੋ ਭਾਈ ਗੁਰਦਾਸ ਜੀ ਕਹਿੰਦੇ ਆ, ਗੁਰਮੁਖਤਾਈ ਵਾਲਾ ਇਹ ਸੱਚਾ ਰਸਤਾ ਹੈ। ਇੱਥੇ ਸਾਧ ਸੰਗਤ ਰੂਪੀ ਸੱਚੇ ਤਖਤ ਦੇ ਵਿੱਚ ਗੁਰੂ ਸੱਚਾ ਉਪਦੇਸ਼ ਦਿੰਦਾ ਹੈ। ਔਰ ਨਾ ਗਰਭ ਗਹੇਲਾ ਦੁਨੀਆ ਦੇ ਰਾਜਿਆਂ ਮਹਾਰਾਜਿਆਂ ਵਾਂਗ ਇੱਥੇ ਹੰਕਾਰ ਦੇ ਵਿੱਚ ਗਰਸਿਆ ਗੁਰੂ ਨਹੀਂ ਹੈ। ਗੁਰੂ ਦੇ ਆਪਣੇ ਹਿਰਦੇ ਵਿੱਚ ਵੱਡੀ ਨਿਮਰਤਾ ਹੈ। ਆਸਾ ਵਿੱਚ ਨਿਰਾਸ ਗਤ, ਸੱਚਾ ਖੇਲ ਮੇਲ ਸੱਚ ਖੇਲਾ। ਇੱਥੇ ਆਸਾ ਦੇ ਵਿੱਚ ਨਿਰਾਸ, ਗਤ ਦਾ ਅਰਥ ਹੈ ਹਾਲਤ ਹੈ, ਭਾਵ ਸੰਸਾਰ ਦੀਆਂ ਆਸਾਵਾਂ ਜਿਹੜੀਆਂ ਨੇ ਉਹ ਨਹੀਂ ਰਹਿੰਦੀਆਂ। ਜਿਹੜਾ ਸਾਧ ਸੰਗਤ ਦੇ ਵਿੱਚ ਆ ਜਾਂਦਾ ਹੈ, ਆਸਾ ਵਿੱਚ ਨਿਰਾਸਤਾ ਵਾਲੀ ਚਾਲ ਹੁੰਦੀ ਹੈ। ਇਹ ਆਸਾ ਰੂਪ ਸੰਸਾਰ ਦੇ ਵਿੱਚ, ਸੰਸਾਰ ਦੀਆਂ ਪਦਾਰਥਾਂ ਦੀਆਂ ਆਸਾਂ ਤੋਂ ਗੁਰਮੁਖ ਉੱਪਰ ਉੱਠਦੇ ਹੈ। ਸੱਚਾ ਖੇਲ ਮੇਲ ਸੱਚ ਖੇਲਾ, ਅਤੇ ਸਤਿਗੁਰੂ ਸੱਚਾ ਖੇਲ ਖੇਲਦਾ ਹੈ, ਸੱਚੇ ਦੇ ਨਾਲ ਮੇਲ ਕਰਦਾ, ਅਤੇ ਇਹੀ ਉਹਦੀ ਸੱਚੀ ਖੇਡ ਹੈ, ਇਹੀ ਉਹਦਾ ਸੱਚਾ ਖੇਲ ਹੈ। ਦੁਨਿਆਵੀ ਖੇਡਾਂ ਸਾਰੇ ਖੇਡਦੇ ਹੈ, ਪਰ ਇੱਥੇ ਸਤਿਗੁਰੂ ਦੀ ਸੱਚੀ ਖੇਡ ਹੈ। ਸੱਚੇ ਦੇ ਨਾਲ ਮੇਲ ਕਰਾ ਦਿੰਦੇ ਹੈ ਸਿੱਖ ਦਾ। ਪਰ ਇੱਥੇ ਆਉਣ ਵਾਲਿਆਂ ਵਾਸਤੇ ਇੱਕ ਨਿਯਮ ਹੈ ਕਿ ਹੰਕਾਰ ਛੱਡ ਕੇ ਆਉਣਾ ਹੈ, ਨਿਊ ਕੇ, ਝੁਕ ਕੇ, ਨਿਮਰਤਾ ਧਾਰ ਕੇ ਆਉਣਾ ਹੈ। ਮਹਾਰਾਜ ਜੀ ਬਚਨ ਕਰਦੇ ਹੈ, ਪਹਿਲਾ ਮਰਨ ਕਬੂਲ ਜੀਵਨ ਕੀ ਛੱਡ ਆਸ, ਹੋ ਸਭਨ ਕੀ ਰੇਣਕਾ ਤੋ ਆਓ ਹਮਾਰੇ ਪਾਸ। ਪਾਤਸ਼ਾਹ ਜੀ ਕਹਿੰਦੇ ਚਾਹ ਤਾਂ ਛੱਡ ਦੇ, ਸਾਰਿਆਂ ਦੀ ਚਰਨ ਧੂੜ ਬਣ ਜਾ, ਇੰਨੀ ਨਿਮਰਤਾ ਧਾਰਨ ਕਰਕੇ ਰੱਖ। ਜਿਉਣ ਦੀ ਲਾਲਸ ਛੱਡ ਦੇ। ਇੱਥੇ ਹੰਕਾਰ ਦੇ ਵਿੱਚ ਜਿਉਣਾ ਪ੍ਰਵਾਨ ਨਹੀਂ ਹੈ। ਸੋ ਗੁਰੂ ਦੀ ਖੇਡ ਸੱਚੀ ਹੈ, ਅਤੇ ਸੱਚੀ ਖੇਡ ਇਹ ਹੈ ਵੀ ਸੱਚ ਦੇ ਨਾਲ ਮੇਲ ਕਰਾ ਦਿੰਦੇ ਹੈ। ਗੁਰਮੁਖ ਸਿੱਖ ਗੁਰੂ ਗੁਰ ਚੇਲਾ। ਜਿਹੜੇ ਗੁਰਮੁਖ ਸਿੱਖ ਹਨ, ਉਹ ਗੁਰੂ ਦੇ ਚੇਲੇ ਬਣ ਕੇ ਗੁਰੂ ਦੀ ਪਦਵੀ ਤੱਕ ਪਹੁੰਚ ਜਾਂਦੇ ਹੈ। ਜਿਵੇਂ ਭਾਈ ਲਹਿਣਾ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਚੇਲੇ ਬਣੇ, ਸਤਿਗੁਰੂ ਦਾ ਬਚਨ ਮੰਨਿਆ, ਅਤੇ ਗੁਰੂ ਦੀ ਪਦਵੀ 'ਤੇ ਪਹੁੰਚ ਗਏ। ਦਿੱਤਾ ਛੱਡ ਕਰਤਾਰਪੁਰ ਬੈਠ ਖਡੂਰੇ ਜੋਤ ਜਗਾਈ। ਫਿਰ ਅਨੇਕਾਂ ਹੀ ਗੁਰਸਿੱਖਾਂ ਨੂੰ ਪ੍ਰੇਮਾ ਭਗਤੀ ਦਾ ਉਪਦੇਸ਼ ਦੇ ਕੇ ਸੰਸਾਰ ਤੋਂ ਉਹਨਾਂ ਦਾ ਪਾਰ ਉਤਾਰਾ ਕੀਤਾ। ਸੋ ਗੁਰਮੁਖ ਸਿੱਖ ਜਿਹੜੇ ਗੁਰੂ ਦੇ ਚੇਲੇ ਆ, ਗੁਰੂ ਪਦਵੀ 'ਤੇ ਪਹੁੰਚ ਜਾਂਦੇ ਹੈ। ਅਗਲੀ 21ਵੀਂ ਪੌੜੀ ਵਿੱਚ ਭਾਈ ਗੁਰਦਾਸ ਜੀ ਗੁਰਮੁਖ ਦਾ ਜੀਵਨ ਦੱਸਦੇ ਹੈ। ਗੁਰਮੁਖਾਂ ਦੀ ਅਲੇਪਤਾ ਕਿਹੋ ਜਿਹੀ ਹੁੰਦੀ ਹੈ, ਕਿਵੇਂ ਉਹ ਸੰਸਾਰ ਵਿੱਚ ਰਹਿੰਦੇ ਹੋਏ ਰੱਬ ਦਾ ਸ਼ੁਕਰ ਕਰਦੇ ਹੈ। ਗੁਰਮੁਖ ਹਉਮੈ ਪਰ ਹਰੈ, ਮਨ ਭਾਵੈ ਖਸਮੈ ਦਾ ਭਾਣਾ। ਗੁਰਮੁਖ ਲੋਕ ਹਉਮੈ ਨੂੰ ਆਪਣੇ ਮਨ ਵਿੱਚੋਂ ਦੂਰ ਕਰ ਦਿੰਦੇ ਹੈ, ਬਿਲਕੁਲ ਹੰਕਾਰ ਨਹੀਂ ਕਰਦੇ, ਕਿਉਂਕਿ ਪਰਮਾਤਮਾ ਨੂੰ ਹੰਕਾਰ ਭਾਉਂਦਾ ਨਹੀਂ। ਇਸ ਲਈ ਉਹਨਾਂ ਦੇ ਮਨ ਵਿੱਚ ਕੋਈ ਹੰਕਾਰ ਨਹੀਂ ਕਿਸੇ ਵੀ ਗੱਲ ਦਾ। ਗੁਰਮੁਖ ਹਉਮੈ ਪਰ ਹਰੈ, ਮਨ ਭਾਵੈ ਖਸਮੈ ਦਾ ਭਾਣਾ। ਉਹਨਾਂ ਦੇ ਮਨ ਦੇ ਵਿੱਚ ਵਾਹਿਗੁਰੂ ਦਾ ਭਾਣਾ ਭਾਉਂਦਾ ਹੈ, ਚੰਗਾ ਲੱਗਦਾ ਹੈ। ਜੋ ਪਰਮਾਤਮਾ ਕਰਦਾ ਉਹਦੀ ਰਜਾ ਦੇ ਵਿੱਚ ਰਹਿੰਦੇ ਹੈ। ਪੈਰੀ ਪੈ ਪਾ ਖਾਕ ਹੋਏ, ਦਰਗਹਿ ਪਾਵੈ ਮਾਣ ਨਿਮਾਣਾ। ਗੁਰਮੁਖ ਗੁਰੂ ਦੇ ਚਰਨੀ ਪੈ ਕੇ,
ਸਾਧ ਸੰਗਤ ਦੇ ਚਰਨੀ ਲੱਗ ਕੇ ਚਰਨ ਧੂੜ ਬਣ ਜਾਂਦੇ ਹੈ। ਤੇ ਚਰਨ ਧੂੜ ਬਣ ਕੇ ਦਰਗਹਿ ਪਾਵੈ ਮਾਣ ਨਿਮਾਣਾ। ਨਿਮਾਣਾ ਬਣ ਕੇ ਗੁਰਮੁਖ ਰੱਬੀ ਦਰਗਾਹ ਦੇ ਵਿੱਚ ਮਾਣ ਪਾਉਂਦਾ, ਉੱਥੇ ਉਹਨੂੰ ਸਤਿਕਾਰ ਮਿਲਦਾ। ਰੇ ਰੇ ਦਰਗਹਿ ਕਹਿ ਨਾ ਕੋ, ਆਓ ਬੈਠ ਆਦਰ ਸੁਭ ਦਿਓ। ਉਹਦੇ ਵਿੱਚ ਨਿਰਮਾਣਤਾ ਹੈ, ਨਿਮਰਤਾ ਹੈ, ਅਤੇ ਨਿਮਾਣੇ ਬਣ ਕੇ ਹੀ ਮਾਣ ਪਾਇਆ ਜਾਂਦਾ ਹੈ। ਵਰਤਮਾਨ ਵਿੱਚ ਵਰਤਦਾ, ਹੋਵਨਹਾਰ ਸੋਈ ਪਰਵਾਣਾ। ਵਰਤਮਾਨ ਵਿੱਚ ਜੋ ਕੁਝ ਵਰਤਾਰਾ ਹੋ ਰਿਹਾ ਹੈ, ਹੋਵਨਹਾਰ ਸੋਈ ਪਰਵਾਣਾ, ਅਤੇ ਗੁਰਮੁਖ ਉਸ ਨੂੰ ਪ੍ਰਵਾਨ ਕਰਦਾ ਹੈ, ਮਨ ਵਿੱਚ ਇਹ ਨਿਸ਼ਚਾ ਕਰਕੇ ਵੀ ਹੋਵਨਹਾਰ, ਇਹ ਹੋਣਹਾਰ, ਇਹ ਹੋਣਾ ਹੈ। ਰੱਬ ਦੀ ਰਜ਼ਾ ਨੂੰ, ਉਹਦੇ ਹੁਕਮ ਨੂੰ ਕੋਈ ਵੀ ਮੇਟ ਨਹੀਂ ਸਕਦਾ। ਉਹਦੇ ਵਰਤਮਾਨ ਵਿੱਚ ਜੋ ਕੁਝ ਵਰਤ ਰਿਹਾ ਹੈ, ਜੋ ਭਾਵੀ ਵਰਤ ਰਹੀ ਹੈ, ਉਹਦੇ ਵਿੱਚ ਰਹਿੰਦਾ ਹੈ ਅਤੇ ਉਸ ਨੂੰ ਪ੍ਰਵਾਨ ਕਰਦਾ ਹੈ। ਜੋ ਮਾਲਕ ਕਰਦਾ ਹੈ ਉਹ ਮੈਨੂੰ ਪ੍ਰਵਾਨ ਹੈ। ਦੁਨੀਆ ਦੇ ਵਿੱਚ ਸੰਸਾਰੀ ਲੋਕ ਜਿਹੜੇ ਨੇ ਉਹ ਦੁੱਖ ਅਤੇ ਸੁੱਖ ਦੇ ਵਿੱਚ ਰਹਿੰਦੇ ਹੋਏ, ਜੇ ਦੁੱਖ ਆ ਗਿਆ ਰੱਬ ਨੂੰ ਉਲਾਂਭੇ ਦਿੰਦੇ ਹੈ, ਸੁੱਖ ਆ ਗਿਆ ਅਤੇ ਰੱਬ ਨੂੰ ਭੁੱਲ ਜਾਂਦੇ ਹੈ। ਪਰ ਦੁੱਖਾਂ ਸੁੱਖਾਂ ਦੇ ਵਿੱਚ, ਰੱਬੀ ਰਜ਼ਾ ਦੇ ਵਿੱਚ ਰਹਿਣ ਵਾਲੇ ਵਿਰਲੇ ਹੀ ਰੱਬ ਦੇ ਪਿਆਰੇ ਹੁੰਦੇ ਹੈ। ਜੋ ਕੁਝ ਵਰਤਾਰਾ ਸੰਸਾਰ ਵਿੱਚ ਵਰਤ ਰਿਹਾ ਹੈ, ਗੁਰਮੁਖ ਉਹਦੇ ਵਿੱਚ ਰਾਜੀ ਰਹਿੰਦੇ ਹੈ। ਅਸਲ ਵਿੱਚ ਤਾਂ ਜੋ ਇਹ ਸ਼ਬਦ ਹੈ ਭਾਣਾ, ਸੰਸਾਰ ਦੇ ਆਪਾਂ ਆਮ ਵੇਖਦੇ ਹਾਂ ਲੋਕੀ ਇਹਨੂੰ ਮੌਤ ਦੇ ਨਾਲ ਜੋੜਦੇ ਹੈ। ਰੱਬ ਦਾ ਭਾਣਾ ਜੀ, ਫਲਾਣਾ ਚਲਿਆ ਗਿਆ। ਜ਼ਰੂਰੀ ਨਹੀਂ ਇਹ ਸ਼ਬਦ ਮੌਤ ਦੇ ਨਾਲ ਜੋੜਿਆ ਜਾਵੇ। ਸਤਿਗੁਰੂ ਦੀ ਜਦ ਅਸੀਂ ਬਾਣੀ ਪੜ੍ਹਦੇ ਹਾਂ, ਜਾ ਤਿਸ ਭਾਣਾ ਤਾਂ ਜੰਮਿਆ, ਪਰਿਵਾਰ ਭਲਾ ਪਾਇਆ। ਮਹਾਰਾਜ ਕਹਿੰਦੇ ਜਦੋਂ ਉਹਦਾ ਭਾਣਾ ਹੋਇਆ ਨਾ, ਹੁਕਮ ਹੋਇਆ, ਇਹ ਜੀਵ ਦਾ ਜਨਮ ਹੋ ਗਿਆ, ਅਤੇ ਪਰਿਵਾਰ ਸਾਰੇ ਕਹਿੰਦੇ ਚੰਗਾ ਹੋਇਆ। ਜਨਮ ਵੀ ਉਹਦਾ ਭਾਣਾ ਹੈ ਅਤੇ ਮੌਤ ਵੀ ਉਹਦਾ ਭਾਣਾ ਹੈ। ਪਰ ਕਿਸੇ ਦੇ ਘਰੇ ਕਿਸੇ ਦਾ ਜਨਮ ਹੋਵੇ, ਉਦੋਂ ਨਹੀਂ ਕੋਈ ਕਹਿੰਦਾ ਵੀ ਰੱਬ ਦਾ ਭਾਣਾ ਵਰਤ ਗਿਆ। ਰੱਬ ਦਾ ਭਾਣਾ ਵਰਤਿਆ ਤਾਂ ਹੀ ਜਨਮ ਹੋਇਆ। ਪਰ ਲੋਕਾਂ ਨੇ ਕੁਝ ਸ਼ਬਦ ਕਿਸੇ ਖਾਸ ਸਮੇਂ ਲਈ ਉਹ ਚੁਣ ਲਏ ਅਤੇ ਉੱਥੇ ਹੀ ਵਰਤਦੇ ਹੈ। ਪਰ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਸਾਨੂੰ ਇਹ ਸਿੱਖਿਆ ਦਿੰਦੀ ਹੈ ਵੀ ਇਹ ਸ਼ਬਦ ਜਿਹੜਾ ਵੇਖ, ਰੱਬ ਦਾ ਹੁਕਮ ਹੈ, ਉਹਦੇ ਹੁਕਮ ਦੇ ਵਿੱਚ ਹੀ ਜਨਮ ਹੁੰਦਾ, ਉਹਦੇ ਹੁਕਮ ਦੇ ਵਿੱਚ ਹੀ ਮੌਤ ਹੈ। ਪਰ ਜਨਮ ਇਸ ਨੂੰ ਪ੍ਰਵਾਨ ਹੈ, ਬੰਦੇ ਨੂੰ ਮੌਤ ਪ੍ਰਵਾਨ ਨਹੀਂ। ਕੋਈ ਦੁਨੀਆ 'ਚ ਐਸਾ ਘਰ ਨਹੀਂ ਹੈ ਜਿਸ ਘਰ ਦੇ ਵਿੱਚ ਕੋਈ ਮੌਤ ਨਾ ਹੋਈ ਹੋਵੇ, ਅਤੇ ਬੰਦੇ ਨੂੰ ਭਾਣਾ ਮੰਨਣਾ ਪੈਂਦਾ ਹੈ। ਭਾਵੇਂ ਇੱਥੇ ਹੰਕਾਰ ਕਰਨ ਵਾਲੇ ਖੱਬੀ ਖਾਨ ਹੋਣ ਜੀ, ਅਸੀਂ ਨਹੀਂ ਮੰਨਦੇ ਜੀ, ਰੱਬ ਨੇ ਪੁੱਛ ਕੇ ਥੋੜ੍ਹੀ ਮਨਾਉਣਾ। ਜਿੱਦਣ ਉਹ ਆਪਣਾ ਭਾਣਾ ਮਨਾਉਣ 'ਤੇ ਆ ਗਿਆ, ਮੰਨਣਾ ਪੈਣਾ ਬੰਦੇ ਨੂੰ। ਗੁਰਮੁਖ ਜਿਹੜੇ ਆ ਉਹਦੇ ਭਾਣੇ ਵਿੱਚ ਰਾਜੀ ਰਹਿੰਦੇ ਹੈ, ਮਨਮੁਖ ਜਿਹੜੇ ਉਹਨੂੰ ਉਲਾਂਭੇ ਦਿੰਦੇ ਹੈ। ਫਰਕ ਇੰਨਾ ਹੈ। ਭਾਈ ਗੁਰਦਾਸ ਜੀ ਕਹਿੰਦੇ ਜਿਹੜਾ ਗੁਰਮੁਖ ਹੈ, ਵਰਤਮਾਨ ਵਿੱਚ ਵਰਤਦਾ ਹੋਇਆ ਜੋ ਭਾਵੀ ਹੋਣੀ ਹੈ, ਜੋ ਵਰਤ ਰਹੀ ਹੈ, ਉਹ ਗੁਰਮੁਖ ਨੇ ਪ੍ਰਵਾਨ ਕੀਤੀ ਹੈ। ਕਾਰਣ ਕਰਤਾ ਜੋ ਕਰੈ, ਸਿਰ ਧਰ ਮਨ ਕਰੈ ਸੁਕਰਾਣਾ।
ਕਰਤਾ ਪੁਰਖ ਪਰਮਾਤਮਾ ਜੋ ਕਾਰਨ ਕਰਦਾ ਹੈ, ਜੋ ਕਾਰਜ ਕਰਦਾ ਹੈ, ਸਿਰ ਧਰ ਮਨ ਕਰੈ ਸ਼ੁਕਰਾਨਾ। ਸਿਰ ਮੱਥੇ ਮੰਨ ਕੇ ਗੁਰਮੁਖ ਸਦਾ ਉਹਦਾ ਸ਼ੁਕਰਾਨਾ ਕਰਦਾ ਹੈ। ਕਦੇ ਵੀ ਪਰਮਾਤਮਾ ਦੇ ਕੀਤੇ ਹੋਏ ਦੇ ਵਿੱਚ ਉਹ ਦਖਲ ਅੰਦਾਜ਼ੀ ਨਹੀਂ ਕਰਦਾ। ਰਾਜੀ ਹੋਏ ਰਜਾਏ ਵਿੱਚ, ਦੁਨੀਆ ਅੰਦਰ ਜਿਉਂ ਮਹਿਮਾਨਾ। ਰੱਬ ਦੀ ਰਜਾ ਦੇ ਵਿੱਚ ਸਦਾ ਹੀ ਰਾਜੀ ਹੋ ਕੇ ਰਹਿੰਦਾ ਹੈ ਅਤੇ ਦੁਨੀਆ ਦੇ ਵਿੱਚ ਇਸ ਤਰ੍ਹਾਂ ਰਹਿੰਦਾ ਹੈ ਜਿਉਂ ਮਹਿਮਾਨਾ, ਜਿਵੇਂ ਆਪਣੇ ਆਪ ਨੂੰ ਪ੍ਰਾਹੁਣਿਆਂ ਵਾਂਗ ਸਮਝਦਾ ਹੈ ਕਿ ਜਦੋਂ ਕੋਈ ਪ੍ਰਾਹੁਣਾ ਘਰੇ ਆਉਂਦਾ ਉਹ ਸਦਾ ਨਹੀਂ ਬੈਠਾ ਰਹਿੰਦਾ। ਕਿਤੇ ਜਾਂਦਾ ਹੈ, ਉਹ 1-2 ਦਿਨ ਰਿਸ਼ਤੇਦਾਰੀਆਂ ਵਿੱਚ ਰਿਹਾ, ਆ ਗਿਆ, ਫਿਰ ਵਾਪਸ ਆਪਣੇ ਘਰੇ। ਗੁਰਮੁਖ ਨੂੰ ਪਤਾ ਹੈ ਮੈਂ ਇੱਥੇ ਸੰਸਾਰ ਦੇ ਵਿੱਚ ਮਹਿਮਾਨਾ ਪ੍ਰਾਹੁਣਾ ਹਾਂ, ਸਦਾ ਨਹੀਂ ਮੈਂ ਇੱਥੇ ਰਹਿਣਾ, ਮੈਂ ਆਪਣੇ ਨਿੱਜ ਘਰ ਦੇ ਵਿੱਚ ਜਾਣਾ ਹੈ। ਸੋ ਸਦੀਵੀ ਇੱਥੇ ਰਹਿਣਾ ਉਹ ਨਹੀਂ ਸਮਝਦਾ, ਉਹਨੂੰ ਸੋਝੀ ਇੱਥੋਂ ਜਾਣਾ ਹੈ, ਤੁਰ ਜਾਣਾ ਇੱਕ ਦਿਨ। ਸੋ ਪ੍ਰਾਹੁਣਿਆਂ ਵਾਂਗ ਸੰਸਾਰ ਵਿੱਚ ਰਹਿਣਾ ਉਹ ਆਪਣਾ ਆਪ ਸਮਝਦਾ ਹੈ। ਵਿਸਮਾਦੀ ਵਿਸਮਾਦ ਵਿੱਚ, ਕੁਦਰਤ ਕਾਦਰ ਨੂੰ ਕੁਰਬਾਨਾ। ਅਸਚਰਜ ਰੂਪ ਪਰਮਾਤਮਾ ਦੀ ਅਸਚਰਜ ਅਵਸਥਾ ਦੇ ਵਿੱਚ ਗੁਰਮੁਖ ਰਹਿੰਦਾ ਹੈ ਅਤੇ ਕਾਦਰ ਅਤੇ ਉਹਦੀ ਕੁਦਰਤ ਤੋਂ ਸਦਾ ਕੁਰਬਾਨ ਜਾਂਦਾ ਹੈ। ਕਾਦਰ ਤੋਂ, ਵਾਹਿਗੁਰੂ ਤੋਂ ਵੀ ਕੁਰਬਾਨ ਹੈ ਅਤੇ ਉਹਦੀ ਜਿਹੜੀ ਇਹ ਕੁਦਰਤ ਹੈ ਉਹਦੇ ਤੋਂ ਵੀ ਗੁਰਮੁਖ ਕੁਰਬਾਨ ਹੈ। ਲੇਪ ਅਲੇਪ ਸਦਾ ਨਿਰਬਾਣਾ। ਭਾਈ ਗੁਰਦਾਸ ਸਾਹਿਬ ਜੀ ਕਹਿੰਦੇ ਇਸ ਲਈ ਦੁਨੀਆ ਦੇ ਪਦਾਰਥਾਂ ਦੇ ਲੇਪ ਤੋਂ ਅਲੇਪ ਰਹਿੰਦਾ ਹੈ, ਮਤਲਬ ਉਹਨਾਂ 'ਚ ਫਸਦਾ ਨਹੀਂ ਅਤੇ ਸਦਾ ਨਿਰਬਾਣਾ, ਨਿਰਬੰਧ, ਵਾਸ਼ਨਾ ਤੋਂ ਰਹਿਤ ਰਹਿੰਦਾ ਹੈ। ਉਹਦੇ ਮਨ ਵਿੱਚ ਕੋਈ ਵਾਸ਼ਨਾ ਨਹੀਂ ਹੁੰਦੀ। ਸੋ ਇਸ ਤਰ੍ਹਾਂ ਦਾ ਗੁਰਮੁਖ ਦਾ ਜੀਵਨ ਹੁੰਦਾ ਹੈ। ਅਗਲੀ ਪੌੜੀ ਵਿੱਚ ਭਾਈ ਗੁਰਦਾਸ ਜੀ ਦੱਸਦੇ ਹੈ ਇਹ ਮਨੁੱਖ ਨੂੰ ਕਿਵੇਂ ਰਹਿਣਾ ਚਾਹੀਦਾ ਹੈ। ਰੱਬ ਦੇ ਅੱਗੇ ਇਹਨੂੰ ਸੀਸ ਝੁਕਾਉਣਾ ਚਾਹੀਦਾ ਹੈ ਅਤੇ ਹੁਕਮੀ ਬੰਦਾ ਬਣ ਕੇ ਰਹੇ। ਅਤੇ ਜਿਹੜਾ ਹੁਕਮੀ ਬੰਦਾ ਬਣ ਕੇ ਰਹਿੰਦਾ ਹੈ ਫਿਰ ਪਰਮਾਤਮਾ ਉਹਦੇ 'ਤੇ ਮਿਹਰ ਕਰਦਾ ਹੈ। ਉਹ ਸੰਸਾਰ ਦੇ ਪਦਾਰਥਾਂ ਦੇ ਵਿੱਚ ਖਚਤ ਨਹੀਂ ਹੁੰਦਾ। ਵਿਸ਼ਿਆਂ ਦੀ ਤ੍ਰਿਸ਼ਨਾ ਦੀ ਅੱਗ ਉਸ ਬੰਦੇ ਨੂੰ ਸਾੜ ਨਹੀਂ ਸਕਦੀ। ਹੁਕਮੀ ਬੰਦਾ ਹੋਏ ਕੈ, ਸਾਹਿਬ ਦੇ ਹੁਕਮੈ ਵਿੱਚ ਰਹਿਣਾ। ਹੁਕਮੀ ਬੰਦਾ ਦਾ ਅਰਥ ਹੈ ਹੁਕਮ ਦਾ ਦਾਸ ਹੋ ਕੇ। ਦਾਸ ਦਾ ਮਤਲਬ ਸੇਵਕ, ਅਤੇ ਦਾਸ ਨੂੰ ਮਾਲਕ ਦਾ ਹੁਕਮ ਮੰਨਣਾ ਹੀ ਪੈਂਦਾ ਹੈ। ਜੋ ਮਾਲਕ ਹੁਕਮ ਕਰੇ ਉਹ ਹੱਥ ਜੋੜ ਕੇ ਸਿਰ ਝੁਕਾ ਕੇ ਉਸ ਨੂੰ ਮੰਨਦਾ ਹੈ। ਹੁਕਮੀ ਬੰਦਾ ਹੋਏ ਕੈ, ਹੁਕਮ ਦਾ ਦਾਸ ਹੋ ਕੇ ਅਤੇ ਮਾਲਕ ਦੇ ਹੁਕਮ ਦੇ ਵਿੱਚ ਰਹੇ, ਉਹੀ ਬੰਦਾ ਹੈ। ਬੰਦਾ ਉਹ ਹੈ ਜਿਹੜਾ ਰੱਬ ਦੇ ਹੁਕਮ ਦਾ ਬੰਦਾ, ਹੁਕਮ ਦਾ ਦਾਸ ਹੋ ਕੇ ਉਹਦੇ ਹੁਕਮ ਦੇ ਵਿੱਚ ਰਹਿੰਦਾ ਹੈ। ਹੁਕਮੈ ਅੰਦਰ ਸਭ ਕੋ, ਸਭਨਾ ਆਵਟਣ ਹੈ ਸਹਿਣਾ। ਸਾਰੇ ਉਹਦੇ ਹੁਕਮ ਦੇ ਵਿੱਚ ਹਨ, ਸਾਰੇ ਹੀ ਉਹਦੇ ਹੁਕਮ ਦੇ ਵਿੱਚ ਨੇ, ਸਾਰਾ ਸੰਸਾਰ ਉਹਦੇ ਹੁਕਮ ਦੇ ਵਿੱਚ ਹੈ। ਸਭਨਾ ਆਵਟਣ ਹੈ ਸਹਿਣਾ। ਆਵਟਣ ਦਾ ਅਰਥ ਹੁੰਦਾ ਸੇਕ। ਉਹਦੇ ਹੁਕਮ ਦਾ ਸੇਕ ਸਾਰਿਆਂ ਨੂੰ ਹੀ ਸਹਾਰਨਾ ਬਣਦਾ ਹੈ। ਉਹਦੇ ਹੁਕਮ ਦਾ ਸੇਕ ਸਾਰੇ ਹੀ ਸਹਾਰਦੇ ਹੈ। ਜਿਵੇਂ ਪਹਿਲਾਂ ਜ਼ਿਕਰ ਕੀਤਾ, ਹਰ ਘਰ ਦੇ ਵਿੱਚ, ਹਰ ਘਰ ਦੇ ਵਿੱਚੋਂ ਅਰਥੀਆਂ ਉੱਠੀਆਂ ਨੇ, ਲੋਕ ਗਏ ਨੇ। ਇਹ ਉਹਦੇ ਹੁਕਮ ਦਾ ਸੇਕ ਹਰੇਕ ਨੂੰ ਸਹਾਰਨਾ ਪਿਆ ਹੈ ਔਰ ਸਹਾਰਨਾ ਪੈ ਰਿਹਾ ਹੈ। ਅੱਗੇ ਵੀ ਉਹਦੇ ਹੁਕਮ ਦੇ ਸੇਕ ਨੂੰ ਸਹਾਰਨਾ ਪਵੇਗਾ ਬੰਦੇ ਨੂੰ। ਆਵਟਣ, ਸੋ ਉਹਦੇ ਹੁਕਮ ਦਾ ਸੇਕ ਸਾਰਿਆਂ ਨੂੰ ਹੀ ਸਹਿਣਾ ਪੈਂਦਾ ਹੈ। ਬੰਦਾ ਉਹ ਹੈ ਜਿਹੜਾ ਹੁਕਮੀ ਬੰਦਾ ਹੋਵੇ, ਹੁਕਮ ਦਾ ਦਾਸ ਹੋਵੇ, ਉਹਦੇ ਹੁਕਮ ਵਿੱਚ ਰਹੇ ਅਤੇ
ਉਹਦੇ ਹੁਕਮ ਦੇ ਸੇਕ ਨੂੰ ਸਹਾਰੇ। ਦਿਲ ਦਰਿਆਓ ਸਮਾਓ ਕਰ, ਗਰਭ ਗਵਾਏ ਗਰੀਬੀ ਵਹਿਣਾ। ਦਿਲ ਦਰਿਆਓ ਸਮਾਓ ਕਰ। ਭਾਈ ਗੁਰਦਾਸ ਜੀ ਕਹਿੰਦੇ ਆ ਇਸ ਲਈ ਇਹ ਬੰਦਾ ਕੀ ਕਰੇ, ਆਪਣੇ ਦਿਲ ਨੂੰ ਵੱਡਾ ਦਰਿਆ ਵਾਂਗ ਕਰ ਲਵੇ ਅਤੇ ਦਿਲ ਨੂੰ ਦਰਿਆ ਵਾਂਗ ਬਣਾ ਕੇ ਜਿੰਨੇ ਵੀ ਦੁੱਖ ਸੁੱਖ ਇਹ ਸਾਰੇ ਸੇਕ ਹਨ ਇਹਨਾਂ ਨੂੰ ਉਹਦੇ ਵਿੱਚ ਸਮਾ ਦੇਵੇ। ਦਰਿਆ ਦੇ ਵਿੱਚ ਇਹ ਦਿਲ ਵੱਡਾ ਬਣਾ ਲਵੇ, ਹਿਰਦਾ ਵਿਸ਼ਾਲ ਕਰ ਲਵੇ। ਦੁੱਖ ਸੁੱਖਾਂ ਰੂਪੀ ਜਿੰਨੇ ਸੇਕ ਹਨ ਇਸ ਦਰਿਆ ਦੇ ਵਿੱਚ ਉਹਦੀ ਸਮਾਈ ਕਰ ਦੇਵੇ। ਦਿਲ ਦਰਿਆਓ ਸਮਾਓ ਕਰ, ਗਰਭ ਗਵਾਏ ਗਰੀਬੀ ਵਹਿਣਾ। ਅਤੇ ਹੰਕਾਰ ਨੂੰ ਦੂਰ ਕਰਕੇ ਗਰੀਬੀ ਚਾਲ ਵਿੱਚ ਚੱਲੇ, ਨਿਮਰਤਾ ਦੇ ਵਿੱਚ ਗਰੀਬੀ ਦੇ ਵਿੱਚ ਰਹੇ। ਵੀਹ ਇੱਕੀਹ ਉਲੰਘ ਕੈ, ਸਾਧ ਸੰਗਤ ਸਿੰਘਾਸਣ ਬਹਿਣਾ। 20 ਇਹ ਲੋਕ ਅਤੇ 21 ਪਰਲੋਕ, ਇਹਦੇ ਤੋਂ ਉੱਤੇ ਚਲਿਆ ਜਾਵੇ। ਲੋਕ ਪਰਲੋਕ ਤੋਂ ਅੱਗੇ ਲੰਘ ਕੇ ਸਾਧ ਸੰਗਤ ਰੂਪੀ ਸਿੰਘਾਸਣ ਦੇ ਵਿੱਚ ਆ ਕੇ ਬਹੇ। ਸਾਧ ਸੰਗਤ ਇਹ ਸਿੰਘਾਸਣ ਹੈ ਅਤੇ ਇਸ ਸਾਧ ਸੰਗਤ ਰੂਪੀ ਸਿੰਘਾਸਣ ਦੇ ਵਿੱਚ ਬਵੇ, ਨਿਸ਼ਕਾਮ ਪ੍ਰਭੂ ਦੀ ਭਗਤੀ ਕਰੇ। ਸ਼ਬਦ ਸੁਰਤ ਲਿਵਲੀਣ ਹੋਏ, ਅਨਭਉ ਅਘਾੜ ਕਢਾਏ ਗਹਿਣਾ। ਅਤੇ ਸਾਧ ਸੰਗਤ ਦੇ ਵਿੱਚ ਆ ਕੇ ਸ਼ਬਦ ਦੀ ਗਿਆਤ ਦੇ ਵਿੱਚ ਮਸਤ ਹੋ ਜਾਵੇ, ਲਿਵਲੀਨ ਉਹਦੇ ਵਿੱਚ ਖੁੱਭ ਜਾਵੇ ਸ਼ਬਦ ਦੇ ਵਿੱਚ। ਅਨਭਉ, ਅਨਭਉ ਦਾ ਅਰਥ ਹੁੰਦਾ ਅਨੁਭਵੀ ਗਿਆਨ। ਜਦੋਂ ਸ਼ਬਦ ਦੇ ਨਾਲ ਇਹ ਜੁੜ ਜਾਂਦਾ ਹੈ ਫਿਰ ਅਨੁਭਵੀ ਰੱਬੀ ਗਿਆਨ ਮਿਲਦਾ ਹੈ। ਅਤੇ ਉਹਦੇ ਨਾਲ ਕਰਨਾ ਕੀ ਹੈ, ਅਨਭਉ ਅਘਾੜ ਕਢਾਏ ਗਹਿਣਾ। ਅਘਾੜ ਜਿਹੜਾ ਇਹ ਮਨ ਘੜਿਆ ਨਹੀਂ ਹੈ, ਅਨੁਭਵੀ ਗਿਆਨ ਦੇ ਨਾਲ ਇਸ ਮਨ ਨੂੰ ਘੜੇ ਅਤੇ ਮਨ ਨੂੰ ਘੜ ਕੇ ਗਹਿਣਾ ਬਣਾ ਲਵੇ। ਸੋਨਾ ਤਾਂ ਉੱਦਾਂ ਵੀ ਹੁੰਦਾ ਹੈ, ਪਰ ਜਦੋਂ ਉਹਨੂੰ ਘੜ ਲਿਆ ਜਾਂਦਾ ਉਹਦਾ ਗਹਿਣਾ ਬਣਦਾ ਹੈ, ਫਿਰ ਉਹ ਤਨ ਦੀ ਸੁੰਦਰਤਾ ਨੂੰ ਵਧਾਉਂਦਾ ਹੈ। ਭਾਈ ਗੁਰਦਾਸ ਜੀ ਕਹਿੰਦੇ ਹੈ ਇਹ ਜਿਹੜਾ ਮਨ ਹੈ ਇਸ ਮਨ ਨੂੰ ਘੜ ਲਵੇ, ਗਹਿਣਾ ਬਣਾ ਲਵੇ ਅਤੇ ਫਿਰ ਸੁੰਦਰਤਾ ਸੰਸਾਰ ਦੇ ਸਾਹਮਣੇ ਪ੍ਰਗਟ ਹੋਵੇਗੀ। ਸੋ ਮਨ ਨੂੰ ਘੜ ਕੇ ਗਹਿਣਾ ਬਣਾਉਣਾ ਹੈ। ਸਿਦਕ ਸਬੂਰੀ ਸਾਬਤਾ, ਸਾਕਰ ਸੁਕਰ ਨਾ ਦੇਣਾ ਲਹਿਣਾ। ਸਿਦਕ ਭਰੋਸੇ ਵਿੱਚ ਰਹੇ, ਸਤਿਗੁਰੂ ਦੇ ਉੱਤੇ ਸੱਚਾ ਭਰੋਸਾ ਰੱਖੇ। ਸਬੂਰੀ, ਸਬੂਰੀ ਕਹਿੰਦੇ ਸੰਤੋਖ। ਭਰੋਸੇ ਅਤੇ ਸੰਤੋਖ ਦੇ ਵਿੱਚ ਸਾਬਤ ਰਹੇ, ਮੁਕੰਮਲ ਪੂਰਾ ਖਰਾ ਉਤਰੇ। ਗੁਰੂ 'ਤੇ ਭਰੋਸਾ ਹੈ ਅਤੇ ਸੰਤੋਖੀ ਜੀਵਨ ਹੈ। ਸਾਕਰ ਸ਼ੁਕਰ ਨਾ ਦੇਣਾ ਲਹਿਣਾ, ਅਤੇ ਸਦਾ ਹੀ ਸ਼ੁਕਰ ਕਰਨ ਵਾਲਾ ਬਣਿਆ ਰਹੇ। ਸਦਾ ਹੀ ਸ਼ੁਕਰ ਕਰੇ ਅਤੇ ਸ਼ੁਕਰ ਕਰਨ ਤੋਂ ਬਿਨਾਂ ਹੋਰ ਕੋਈ ਲੈਣ ਦੇਣ ਨਾ ਕਰੇ। ਬਸ ਰੱਬ ਦੀ ਰਜ਼ਾ ਵਿੱਚ ਰਹਿੰਦਾ ਹੋਇਆ ਸਦਾ ਹੀ ਮਾਲਕ ਦਾ ਸ਼ੁਕਰਾਨਾ ਕਰਦਾ ਰਹੇ। ਨੀਰ ਨਾ ਡੁੱਬਣ ਅੱਗ ਨਾ ਦਹਿਣਾ। ਇਹੋ ਜਿਹਾ ਜਿਹੜਾ ਹੁਕਮੀ ਬੰਦਾ ਹੈ ਨਾ, ਭਾਈ ਗੁਰਦਾਸ ਜੀ ਕਹਿੰਦੇ ਜਿਹੜਾ ਹੁਕਮ ਦਾ ਦਾਸ ਹੈ ਔਰ ਹੁਕਮ ਦੇ ਸੇਕ ਨੂੰ ਸਹਾਰਦਾ ਹੈ, ਦਿਲ ਨੂੰ ਵੱਡਾ ਦਰਿਆ ਬਣਾ ਕੇ ਦੁੱਖਾਂ ਸੁੱਖਾਂ ਨੂੰ ਉਹਦੇ ਵਿੱਚ ਸਮਾ ਲੈਂਦਾ ਹੈ, ਗਰੀਬੀ ਦੀ ਚਾਲ ਚੱਲਦਾ ਹੈ, ਸਾਧ ਸੰਗਤ ਦੇ ਸਿੰਘਾਸਣ 'ਤੇ ਆ ਕੇ ਬੈਠਦਾ ਹੈ, ਅਨੁਭਵੀ ਗਿਆਨ ਦੇ ਨਾਲ ਅਘਾੜ ਮਨ ਨੂੰ ਘੜ ਲੈਂਦਾ, ਗਹਿਣਾ ਬਣਾ ਲੈਂਦਾ। ਜਿਹੜਾ ਇੱਦਾਂ ਦਾ ਹੈ ਨਾ ਉਹ ਫਿਰ ਨੀਰ ਨਾ ਡੁੱਬਣ, ਪਦਾਰਥਾਂ ਰੂਪੀ ਪਾਣੀ ਦੇ ਵਿੱਚ ਨਹੀਂ ਡੁੱਬਦਾ, ਅੱਗ ਨਾ ਦਹਿਣਾ, ਈਰਖਾ ਦੀ ਤ੍ਰਿਸ਼ਨਾ ਦੀ ਅੱਗ ਦੇ ਵਿੱਚ ਉਹ ਕਦੇ ਨਹੀਂ ਸੜਦਾ। ਉਹਦੇ 'ਤੇ ਸਤਿਗੁਰੂ ਦੀ ਬਖਸ਼ਿਸ਼ ਹੁੰਦੀ, ਰਹਿਮਤ ਹੁੰਦੀ ਹੈ। ਅਗਲੀ 23ਵੀਂ ਪੌੜੀ ਦੇ ਵਿੱਚ, ਇਹ 18ਵੀਂ ਵਾਰ ਦੀ ਅਖੀਰਲੀ ਪੌੜੀ ਹੈ 23ਵੀਂ। ਭਾਈ ਗੁਰਦਾਸ ਜੀ
ਗੁਰੂ ਦੀ ਅਤੇ ਸਿੱਖ ਦੀ ਪ੍ਰੀਤ ਦਾ ਜ਼ਿਕਰ ਕਰਦੇ ਹੈ। ਮਿਹਰ ਮੁਹੱਬਤ ਆਸ਼ਕੀ, ਇਸ਼ਕ ਮੁਸ਼ਕ ਕਿਉਂ ਲੁਕੈ ਲੁਕਾਇਆ। ਭਾਈ ਗੁਰਦਾਸ ਜੀ ਕਹਿੰਦੇ ਨੇ ਗੁਰੂ ਦੀ ਮਿਹਰ ਅਤੇ ਸਿੱਖ ਦੀ ਮੁਹੱਬਤ ਜਿਹੜੀ ਹੈ ਇਹ ਹੈ ਸੱਚੀ ਆਸ਼ਕੀ। ਇਸ਼ਕ ਮੁਸ਼ਕ ਕਿਉਂ ਲੁਕੈ ਲੁਕਾਇਆ, ਅਤੇ ਇਹ ਪ੍ਰੀਤ ਵੀ ਲੁਕਾਇਆ ਲੁਕਦੀ ਨਹੀਂ। ਕਿਵੇਂ? ਕਹਿੰਦੇ ਇਸ਼ਕ ਅਤੇ ਮੁਸ਼ਕ ਇਹ ਲੁਕਾਇਆ ਕਦੇ ਲੁਕਦੇ ਨਹੀਂ। ਕਲਗੀਧਰ ਮਹਾਰਾਜ ਜੀ ਦਾ ਇੱਕ ਬਚਨ ਹੈ, ਇਸ਼ਕ ਮੁਸ਼ਕ ਖਾਂਸੀ ਖੁਰਕ ਸ਼ਿਬਤ ਛਿਪਾਏ ਨਾਹੇ, ਅੰਤ ਪ੍ਰਗਟ ਹੋਇ ਜਗ ਰਹਿ ਸ੍ਰਿਸ਼ਟ ਸਕਲ ਕੇ ਮਾਹੇ। ਇਸ਼ਕ ਮੁਸ਼ਕ ਖੰਘ ਅਤੇ ਖਾਰਸ਼ ਇਹ ਚੀਜ਼ਾਂ ਕਦੇ ਲੁਕਾਇਆ ਨਹੀਂ ਲੁਕਦੀਆਂ। ਬੰਦਾ ਜਿੰਨਾ ਮਰਜ਼ੀ ਯਤਨ ਕਰਦੇ ਇਹ ਨਹੀਂ ਲੁਕਦੀਆਂ। ਭਾਈ ਗੁਰਦਾਸ ਜੀ ਕਹਿੰਦੇ ਇਸੇ ਤਰ੍ਹਾਂ ਗੁਰੂ ਦੀ ਮਿਹਰ, ਗੁਰੂ ਮਿਹਰ ਕਰਦਾ ਸਿੱਖ ਦੇ ਉੱਤੇ, ਅਤੇ ਸਿੱਖ ਦੇ ਅੰਦਰ ਜੋ ਮੁਹੱਬਤ ਹੈ, ਜੋ ਪਿਆਰ ਹੈ, ਇਹ ਸੱਚੀ ਆਸ਼ਕੀ ਹੈ। ਇਹ ਲੁਕਾਇਆ ਕਦੇ ਲੁਕਦੇ ਨਹੀਂ। ਚੰਦਨ ਵਾਸ ਵਣਾਸਪਤ, ਹੋਏ ਸੁਗੰਧ ਨ ਆਪ ਗਣਾਇਆ। ਜਿਵੇਂ ਚੰਦਨ ਦੀ ਸੁਗੰਧੀ ਜਿਹੜੀ ਹੈ ਸਾਰੀ ਬਨਸਪਤੀ ਨੂੰ ਸੁਗੰਧਿਤ ਕਰ ਦਿੰਦੀ ਹੈ, ਪਰ ਉਹ ਆਪਣਾ ਆਪ ਜਣਾਉਂਦੀ ਨਹੀਂ। ਉਹ ਬਨਸਪਤੀ ਉਹ ਦੱਸਦੀ ਨਹੀਂ। ਚੰਦਨ ਵੀ ਨਹੀਂ ਦੱਸਦਾ ਮੇਰੇ ਵਿੱਚ ਖੁਸ਼ਬੂ ਹੈ, ਸੁਗੰਧੀ ਹੈ, ਨਾ ਉਹ ਜਿਹੜੀ ਬਨਸਪਤੀ ਚੰਦਨ ਵਰਗੀ ਹੋ ਗਈ ਉਹ ਵੀ ਜਣਾਉਂਦੀ ਨਹੀਂ ਹੈ, ਦੱਸਦੇ ਨਹੀਂ। ਇਸੇ ਤਰ੍ਹਾਂ ਗੁਰੂ ਦੀ ਮਿਹਰ ਅਤੇ ਸਿੱਖ ਦੀ ਜੋ ਮੁਹੱਬਤ ਪ੍ਰੀਤ ਹੈ ਨਾ, ਸਿੱਖ ਦੱਸਦਾ ਨਹੀਂ, ਰੌਲਾ ਨਹੀਂ ਪਾਉਂਦਾ ਫਿਰਦਾ ਮੇਰੀ ਪ੍ਰੀਤ ਹੈ ਗੁਰੂ ਨਾਲ, ਮੇਰੀ ਪ੍ਰੀਤ, ਉਹ ਦੱਸਦਾ ਨਹੀਂ। ਗੁਰੂ ਜਾਣਦਾ ਹੈ ਉਹਦੇ ਅੰਦਰ ਦੀ ਸੱਚੀ ਪ੍ਰੀਤੀ ਨੂੰ, ਔਰ ਉਹ ਗੁਰੂ ਚਰਨਾਂ ਦੇ ਨਾਲ ਸਦਾ ਹੀ ਜੁੜਿਆ ਰਹਿੰਦਾ ਹੈ। ਨਦੀਆਂ ਨਾਲੇ ਗੰਗ ਮਿਲ, ਹੋਏ ਪਵਿੱਤ ਨ ਆਖ ਸੁਣਾਇਆ। ਨਦੀਆਂ ਅਤੇ ਨਾਲੇ ਜਿਹੜੇ ਹੈ ਉਹ ਗੰਗਾ ਵਿੱਚ ਮਿਲ ਕੇ ਗੰਗਾ ਦਾ ਰੂਪ ਹੋ ਜਾਂਦੇ, ਪਵਿੱਤਰ ਹੋ ਜਾਂਦੇ ਹੈ। ਨਾ ਆਖ ਸੁਣਾਇਆ, ਅਤੇ ਫਿਰ ਉਹ ਦੁਨੀਆ ਨੂੰ ਆਖ ਕੇ ਨਹੀਂ ਸੁਣਾਉਂਦੇ ਅਸੀਂ ਪਵਿੱਤਰ ਹੋ ਗਏ ਜੀ, ਅਸੀਂ ਨਿਰਮਲ ਹੋ ਗਏ ਜੀ, ਅਸੀਂ ਗੰਗਾ ਹੀ ਬਣ ਗਏ ਹਾਂ। ਨਾਲੇ ਗੰਗਾ ਵਿੱਚ ਮਿਲੇ ਪਵਿੱਤਰ ਹੋ ਗਏ, ਉਹ ਫਿਰ ਟਾਰਾਂ ਨਹੀਂ ਮਾਰਦੇ। ਸਿੱਖ ਗੁਰੂ ਦੇ ਵਿੱਚ ਅਭੇਦ ਹੁੰਦਾ ਹੈ। ਸਿੱਖ ਟਾਰਾਂ ਨਹੀਂ ਮਾਰਦਾ, ਮੈਂ ਗੁਰੂ ਦਾ ਰੂਪ ਹੋ ਗਿਆ, ਗੁਰੂ ਵਿੱਚ ਲਿਵਲੀਨਤਾ ਹੋ ਗਈ, ਨਹੀਂ। ਹੀਰੇ ਹੀਰਾ ਬੇਦਿਆ, ਅਣੀ ਕਣੀ ਹੋਏ ਹਿਰਦੈ ਸਮਾਇਆ। ਹੀਰੇ ਨਾਲ ਹੀਰਾ ਵਿੰਨਿਆ ਜਾਂਦਾ ਹੈ, ਪਰ ਕਦੋਂ ਵਿੰਨਿਆ ਜਾਂਦਾ? ਅਣੀ ਕਣੀ ਹੋਏ ਹਿਰਦੈ ਸਮਾਇਆ। ਜਦੋਂ ਅਣੀ ਵਰਮੇ ਦੀ ਅਣੀ ਦੇ ਉੱਤੇ ਹੀਰੇ ਦੀ ਕਣੀ ਲੱਗ ਜਾਂਦੀ ਹੈ, ਫਿਰ ਹੀਰੇ ਵਿੱਚ ਸੁਰਾਖ ਕੀਤਾ ਜਾਂਦਾ, ਉਹ ਹਿਰਦੇ ਵਿੱਚੋਂ ਵਿੰਨਿਆ ਜਾਂਦਾ ਹੈ। ਫਿਰ ਉਹ ਕਿਤੇ ਜਦੋਂ ਜੜਿਆ ਜਾਂਦਾ ਹੈ, ਸ਼ੋਭਾ ਪਾਉਂਦਾ ਹੈ, ਹੀਰੇ ਨੂੰ ਹੀਰਾ ਹੀ ਵਿੰਨਦਾ ਹੈ। ਜੇ ਹੀਰੇ ਨੂੰ ਵਿੰਨਣਾ ਹੋਵੇ ਕਿਸੇ ਲੋਹੇ ਦੇ ਨਾਲ ਨਹੀਂ, ਉਹ ਕੀਮਤੀ ਹੀਰਾ ਖਰਾਬ ਹੋ ਜਾਣਾ। ਵਰਮੇ ਦੀ ਅਣੀ ਜਿਹੜੀ ਹੁੰਦੀ ਆ ਨਾ, ਉਹਦੇ 'ਤੇ ਹੀਰੇ ਦੀ ਕਣੀ ਜੜਦੇ ਅਗਲੇ ਬੰਨੇ, ਅਤੇ ਫਿਰ ਹੀਰੇ ਦੇ ਵਿੱਚ ਸੁਰਾਖ ਪਾਇਆ ਜਾਂਦਾ। ਉਹਦਾ ਨਿਖਾਰ, ਉਹਦਾ ਚਾਨਣ ਉਸੇ ਤਰ੍ਹਾਂ ਹੀ ਰਹਿੰਦਾ ਹੈ। ਭਾਈ ਗੁਰਦਾਸ ਜੀ ਕਹਿੰਦੇ ਜਿਵੇਂ ਹੀਰੇ ਨੂੰ ਹੀਰਾ ਵਿੰਨਦਾ ਨਾ, ਇਸੇ ਤਰ੍ਹਾਂ ਸਤਿਗੁਰੂ ਜੀ ਰਹਿਮਤ ਕਰਦੇ ਹੈ। ਮਹਾਰਾਜ ਜੀ ਰਸਨਾ ਰੂਪੀ ਵਰਮੇ ਦੀ ਜੋ ਕਣੀ ਅਣੀ ਹੈ, ਇਹਦੇ 'ਤੇ ਨਾਮ ਦੀ ਕਣੀ ਰੱਖ ਕੇ ਜਿਹੜਾ ਜਗਿਆਸੂ ਸਿੱਖ ਹੈ ਉਹਦੇ ਹਿਰਦੇ ਨੂੰ ਵਿੰਨ ਦਿੰਦੇ ਹੈ। ਗੁਰਮੁਖ ਕੋਟ ਉਧਾਰਦਾ ਦੇ ਨਾਵੇ ਏਕ ਕਣੀ। ਇੱਕ ਨਾਮ ਦੀ ਕਣੀ ਦੇ ਕਰਕੇ ਸਤਿਗੁਰੂ ਜੀ ਕਰੋੜਾਂ ਦਾ ਉਧਾਰ ਕਰਦੇ ਹੈ, ਪਾਰ ਉਤਾਰਾ ਕਰਦੇ ਹੈ। ਭਾਵ ਇਹ ਹੈ ਵੀ ਸਿੱਖ ਦੇ ਹਿਰਦੇ ਨੂੰ ਵਿੰਨ ਦਿੰਦੇ ਹੈ ਸ਼ਬਦ ਦੇ ਨਾਲ। ਸਾਧ ਸੰਗਤ ਮਿਲ ਸਾਧ ਹੋਏ,
ਪਾਰਸ ਮਿਲ ਪਾਰਸ ਹੋਏ ਆਇਆ। ਸਾਧ ਸੰਗਤ ਦੇ ਵਿੱਚ ਮਿਲ ਕੇ ਗੁਰੂ ਕਾ ਸਿੱਖ ਸਾਧ ਹੋ ਜਾਂਦਾ, ਸਾਧੂ ਬਣ ਜਾਂਦਾ, ਸੰਤ ਬਣ ਜਾਂਦਾ ਹੈ। ਉਹਦਾ ਮਨ ਸਾਧਿਆ ਜਾਂਦਾ ਹੈ। ਪਾਰਸ ਗੁਰੂ ਨੂੰ ਮਿਲ ਕੇ ਪਾਰਸ ਹੀ ਹੋ ਜਾਂਦਾ ਹੈ। ਗੁਰੂ ਦੇ ਵਿੱਚ ਵਿਸ਼ੇਸ਼ਤਾ ਹੈ। ਪਾਰਸ ਦੀ ਵੱਟੀ ਤਾਂ ਧਾਤਾਂ ਨੂੰ ਸੋਨਾ ਬਣਾਉਂਦੀ ਹੈ, ਪਰ ਗੁਰੂ ਆਪਣੇ ਵਰਗਾ ਪਾਰਸ ਬਣਾ ਲੈਂਦਾ ਹੈ। ਸੋ ਪਾਰਸ ਨੂੰ ਮਿਲ ਕੇ ਪਾਰਸ ਹੋ ਜਾਂਦਾ ਗੁਰੂ ਕਾ ਸਿੱਖ। ਨਿਹਚਉ ਨਿਹਚਲ ਗੁਰਮਤੀ, ਭਗਤ ਵਸ਼ਲ ਹੋਏ ਅਛਲ ਛਲਾਇਆ। ਗੁਰੂ ਦੀ ਨਿਹਚਲ ਜਿਹੜੀ ਅਚਲ ਮੱਤ ਹੈ, ਉਹਦੇ ਵਿੱਚ ਸਿੱਖ ਦਾ ਨਿਸ਼ਚਾ ਹੁੰਦਾ ਹੈ, ਅਥਵਾ ਗੁਰੂ ਦੀ ਅਚਲ ਮੱਤ ਨੂੰ ਨਿਸ਼ਚੇ ਨਾਲ ਧਾਰਨ ਕਰਕੇ ਗੁਰੂ ਕਾ ਸਿੱਖ ਵਾਹਿਗੁਰੂ ਦੀ ਭਗਤੀ ਕਰਦਾ ਹੈ ਅਤੇ ਪਰਮਾਤਮਾ ਭਗਤ ਵਸ਼ਲ ਹੈ। ਅਤੇ ਉਹ ਭਗਤੀ ਤੋਂ ਖੁਸ਼ ਹੋ ਕੇ ਭਗਤ ਵਸ਼ਲ ਉਹ ਆਪ ਅਛਲ ਹੈ ਅਤੇ ਆਪਣਾ ਆਪ ਫਿਰ ਵੀ ਛੁਡਾ ਲੈਂਦਾ ਹੈ। ਭਾਵ ਪ੍ਰੇਮ ਦੇ ਵਸੀਕਾਰ ਹੋ ਜਾਂਦਾ ਪਰਮਾਤਮਾ। ਗੁਰਮੁਖ ਸੁਖ ਫਲ ਅਲਖ ਲਖਾਇਆ। ਸੋ ਗੁਰਮੁਖ ਨੂੰ ਗੁਰੂ ਦੇ ਪਾਸੋਂ ਇਹ ਸੁਖ ਫਲ ਦੀ ਪ੍ਰਾਪਤੀ ਹੋਈ ਹੈ। ਗੁਰੂ ਨੇ ਅਲਖ ਜੋ ਪ੍ਰਭੂ ਹੈ, ਨਹੀਂ ਲਿਖਿਆ ਜਾਣ ਵਾਲਾ, ਉਹਦੇ ਬਾਰੇ ਸਿੱਖ ਨੂੰ ਲਿਖਾ ਦਿੱਤਾ, ਜਿਣਾ ਦਿੱਤਾ ਹੈ। ਪ੍ਰਭੂ ਦਾ ਭੇਤ ਜਿਹੜਾ, ਉਹਦਾ ਭੇਤ ਗੁਰਮੁਖ ਨੂੰ ਗੁਰੂ ਨੇ ਜਣਾਇਆ ਹੈ। ਸੋ ਸਿੱਖ ਦੀ ਅਤੇ ਗੁਰੂ ਦੀ ਜਿਹੜੀ ਪ੍ਰੀਤੀ ਹੈ, ਇਹ ਸਦਾ ਨਿਭਣ ਵਾਲੀ ਹੈ। ਇਹ ਪ੍ਰੀਤ ਵਿੱਚ ਵਿਚਾਲੇ ਟੁੱਟਦੀ ਨਹੀਂ। ਸੇਵਕ ਕੀ ਓੜਕ ਨਿਭੀ ਪ੍ਰੀਤ, ਜੀਵਤ ਸਾਹਿਬ ਸੇਵਿਓ ਆਪਣਾ, ਚਲਤੇ ਰਾਖਿਓ ਚੀਤ। ਐਸੀ ਪ੍ਰੀਤ ਹੁੰਦੀ ਹੈ ਸਿੱਖ ਦੀ। ਸਤਿਗੁਰੂ ਮਿਹਰ ਕਰਨ। ਵਿਚਾਰਾਂ ਕਰਦਿਆਂ ਹੋਈਆਂ ਬੇਅੰਤ ਭੁੱਲਾਂ ਦੀ ਖਿਮਾ ਬਖਸ਼ਣੀ ਜੀ, ਅਗਾਂਹ ਵਾਸਤੇ ਸੁਮਤ ਬਖਸ਼ਣੀ। ਨਿਹਚਉ ਨਿਹਚਲ ਗੁਰਮਤੀ, ਭਗਤ ਵਸ਼ਲ ਹੋਏ ਅਛਲ ਛਲਾਇਆ। ਗੁਰਮੁਖ ਸੁਖ ਫਲ ਅਲਖ ਲਖਾਇਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ